ਗੁੱਡ ਆਫਟਰਨੂਨ ਡੀਅਰ ਸਟੂਡੈਂਟਸ। ਆਪਾਂ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਪਾਠ ਪੜ੍ਹਿਆ ਸੀ, ਜਿਸ ਵਿੱਚ ਆਪਾਂ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਕਰਨਾਟਕ ਦੇ 3 ਯੁੱਧ ਹੋਏ ਸੀ, ਉਹ ਪੜ੍ਹਿਆ ਸੀ। ਅੱਜ ਆਪਾਂ ਅੰਗਰੇਜ਼ਾਂ ਦੁਆਰਾ ਬੰਗਾਲ ਦੀ ਜਿੱਤ ਤੋਂ ਸਟਾਰਟ ਕਰਕੇ ਅੱਗੋਂ ਪਾਠ ਪੜ੍ਹਾਂਗੇ। ਅੰਗਰੇਜ਼ ਲੰਬੇ ਸਮੇਂ ਤੋਂ ਬੰਗਾਲ ਨਾਲ ਵਪਾਰ ਕਰ ਰਹੇ ਸੀ। 1717 ਈਸਵੀ ਵਿੱਚ ਫਾਰੂਕਸੀਅਰ ਨੇ ਈਸਟ ਇੰਡੀਆ ਕੰਪਨੀ ਨੂੰ, ਮੁਗਲ ਬਾਦਸ਼ਾਹ ਫਾਰੂਕਸੀਅਰ ਸੀ, ਉਸਨੇ ਈਸਟ ਇੰਡੀਆ ਕੰਪਨੀ ਨੂੰ 3000 ਰੁਪਏ ਸਾਲਾਨਾ ਕਰ ਦੇਣ ਦੇ ਬਦਲੇ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਬਿਨਾਂ ਕਰ ਦਿੱਤੇ ਵਪਾਰ ਕਰਨ ਦੀ ਆਗਿਆ ਦੇ ਦਿੱਤੀ। ਪਰੰਤੂ ਉਹ ਆਪਣੇ ਨਿੱਜੀ ਵਪਾਰ 'ਤੇ ਵੀ ਕੋਈ ਕਰ ਨਹੀਂ ਦਿੰਦੇ ਸੀ। ਨਵਾਬ ਸਿਰਾਜੂਦੌਲਾ ਇਸ ਗੱਲ ਨੂੰ ਸਹਿਣ ਨਹੀਂ ਕਰ ਸਕਿਆ, ਕਿਉਂਕਿ ਖਜ਼ਾਨੇ ਨੂੰ ਬਹੁਤ ਘਾਟਾ ਪੈ ਰਿਹਾ ਸੀ। 1756 ਈਸਵੀ ਵਿੱਚ ਨਵਾਬ ਸਿਰਾਜੂਦੌਲਾ ਬੰਗਾਲ ਦਾ ਨਵਾਬ ਬਣਿਆ। ਬੰਗਾਲ ਦੀ ਵਪਾਰਕ ਪੱਖ ਤੋਂ ਬੜੀ ਮਹੱਤਤਾ ਸੀ, ਇਸ ਲਈ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਨੇ ਕਲਕੱਤੇ ਵਿੱਚ ਕਿਲ੍ਹੇਬੰਦੀ ਕਰਨੀ ਸ਼ੁਰੂ ਕਰ ਦਿੱਤੀ ਸੀ। ਪਰੰਤੂ ਨਵਾਬ ਸਿਰਾਜੂਦੌਲਾ ਇਸ ਨੂੰ ਸਹਿਣ ਨਾ ਕਰ ਸਕਿਆ, ਕਿਉਂਕਿ ਇਸ ਨਾਲ ਉਸ ਦੇ ਰਾਜ ਨੂੰ ਖਤਰਾ ਹੋ ਸਕਦਾ ਸੀ। ਇਸ ਲਈ ਉਸਨੇ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਨੂੰ ਕਿਲ੍ਹਾਬੰਦੀ ਕਰਨ ਤੋਂ ਰੋਕਿਆ। ਫਰਾਂਸੀਸੀਆਂ ਨੇ ਸਿਰਾਜੂਦੌਲਾ ਦੀ ਗੱਲ ਮੰਨ ਲਈ, ਜਦ ਕਿ ਅੰਗਰੇਜ਼ਾਂ ਨੇ ਨਾ ਕਰ ਦਿੱਤੀ। ਸਿਰਾਜੂਦੌਲਾ ਨੇ ਨਾਰਾਜ਼ ਹੋ ਕੇ ਕਲਕੱਤਾ ਵਿਖੇ ਅੰਗਰੇਜ਼ਾਂ ਦੀਆਂ ਬਸਤੀਆਂ 'ਤੇ ਅਧਿਕਾਰ ਕਰ ਲਿਆ। ਕੁਝ ਸਮੇਂ ਪਿੱਛੋਂ ਅੰਗਰੇਜ਼ਾਂ ਨੇ ਆਪਣੀਆਂ ਇਹਨਾਂ ਬਸਤੀਆਂ 'ਤੇ ਮੁੜ ਕਬਜ਼ਾ ਕਰ ਲਿਆ। ਇਸ ਕਰਕੇ ਸਿਰਾਜੂਦੌਲਾ ਨੂੰ ਬਹੁਤ ਗੁੱਸਾ ਚੜ੍ਹਿਆ ਅਤੇ ਉਹ ਅੰਗਰੇਜ਼ਾਂ ਨੂੰ ਕਲਕੱਤੇ ਵਿੱਚੋਂ ਕੱਢਣ ਦੇ ਲਈ ਕਲਕੱਤੇ ਵੱਲ ਚੱਲ ਪਿਆ। ਕਲਾਈਵ ਨੇ ਸਿਰਾਜੂਦੌਲਾ ਦੀ ਫੌਜ ਨੂੰ ਹਰਾ ਦਿੱਤਾ। ਇਸ ਕਰਕੇ ਸਿਰਾਜੂਦੌਲਾ ਨੇ ਅੰਗਰੇਜ਼ਾਂ ਨਾਲ ਸੰਧੀ ਕੀਤੀ, ਜੋ ਕਿ ਪਲਾਸੀ ਦੀ ਲੜਾਈ ਦਾ ਕਾਰਨ ਬਣੀ। ਪਲਾਸੀ ਦੀ ਲੜਾਈ, ਜੋ 23 ਜੂਨ 1757 ਈਸਵੀ ਨੂੰ ਸਿਰਾਜੂਦੌਲਾ ਅਤੇ ਰਾਬਰਟ ਕਲਾਈਵ ਦੀਆਂ ਸੈਨਾਵਾਂ ਵਿਚਕਾਰ ਹੋਈ ਸੀ। ਮੀਰ ਜਾਫਰ ਅਤੇ ਰਾਏ ਦੁਰਲਭ ਨੇ ਇਹਦੇ ਵਿੱਚ ਹਿੱਸਾ ਹੀ ਨਾ ਲਿਆ ਲੜਾਈ ਵਿੱਚ, ਕਿਉਂਕਿ ਇਹਨਾਂ ਦੇਸ਼ ਧਰੋਹੀਆਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਨਵਾਬ ਦੇ ਵਿਰੁੱਧ ਗੱਠਜੋੜ ਪਹਿਲਾਂ ਹੀ ਕੀਤਾ ਹੋਇਆ ਸੀ। ਨਵਾਬ ਲੜਾਈ ਵਿੱਚ ਹਾਰ ਗਿਆ। ਅੰਗਰੇਜ਼ਾਂ ਨੇ ਉਸ ਨੂੰ ਕੈਦੀ ਬਣਾ ਲਿਆ ਅਤੇ ਬਾਅਦ ਵਿੱਚ ਉਸ ਨੂੰ ਮਾਰ ਦਿੱਤਾ। ਇਸ ਕਰਕੇ ਕਲਾਈਵ ਨੇ ਮੀਰ ਜਾਫਰ ਨੂੰ ਬੰਗਾਲ ਦੀ ਰਾਜਗੱਦੀ 'ਤੇ ਬਿਠਾ ਦਿੱਤਾ। ਉਹ ਅੰਗਰੇਜ਼ਾਂ ਦੇ ਹੱਥ ਵਿੱਚ ਕੇਵਲ ਇੱਕ ਕਠਪੁਤਲੀ ਹੀ ਸੀ। ਰਾਜ ਦੀ ਵਾਸਤਵਿਕ ਸ਼ਕਤੀ ਅੰਗਰੇਜ਼ੀ ਗਵਰਨਰ ਕਲਾਈਵ ਦੇ ਹੱਥ ਵਿੱਚ ਸੀ, ਸੋ ਅਸਲੀ ਸ਼ਕਤੀ ਅੰਗਰੇਜ਼ਾਂ ਦੇ ਹੱਥ ਵਿੱਚ ਸੀ। ਨਾ ਮਾਤਰ ਜੋ ਸ਼ਕਤੀ ਸੀ ਉਹ ਮੀਰ ਜਾਫਰ ਕੋਲ ਸੀ। ਉਸਨੇ ਨਵਾਬ ਮੀਰ ਜਾਫਰ ਨੂੰ ਗੱਦੀ ਤੋਂ ਉਤਾਰ ਦਿੱਤਾ। ਉਸਦੇ ਜਵਾਈ ਨਵਾਬ ਮੀਰ ਕਾਸਿਮ ਨੂੰ ਗੱਦੀ 'ਤੇ ਬਿਠਾ ਦਿੱਤਾ। ਮੀਰ ਕਾਸਿਮ ਨੇ ਨਵਾਬ ਬਣਨ ਤੋਂ ਪਿੱਛੋਂ ਜਲਦੀ ਹੀ ਅੰਗਰੇਜ਼ਾਂ ਦੇ ਪ੍ਰਭਾਵ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕੀਤੀ। ਉਸਨੇ ਆਪਣੀਆਂ ਸੈਨਿਕਾਂ ਨੂੰ ਯੁੱਧ ਦੀ ਆਧੁਨਿਕ ਢੰਗ ਦੀ ਸਿਖਲਾਈ ਦੇਣ ਲਈ ਯੂਰਪੀਅਨ ਅਫਸਰਾਂ ਦੀ ਨਿਯੁਕਤੀ ਕੀਤੀ। ਮੀਰ ਕਾਸਿਮ ਨੇ ਭਾਰਤੀ ਵਪਾਰੀਆਂ ਦੇ ਮਾਲ ਉੱਤੇ ਜਿਹੜੇ ਕਰ ਲਗਾਏ ਜਾਂਦੇ ਸੀ, ਉਹਨਾਂ ਨੂੰ ਘੱਟ ਕਰ ਦਿੱਤਾ ਅਤੇ ਅੰਗਰੇਜ਼ ਅਤੇ ਭਾਰਤੀ ਵਪਾਰੀਆਂ ਲਈ ਇੱਕੋ ਜਿਹੇ ਨਿਯਮਾਂ ਤਹਿਤ ਵਪਾਰ ਸ਼ੁਰੂ ਕਰ ਦਿੱਤਾ। ਇਸ ਨਾਲ ਅੰਗਰੇਜ਼ਾਂ ਨੂੰ ਬਹੁਤ ਹਾਨੀ ਹੋਈ। ਉਹਨਾਂ ਨੇ ਮੀਰ ਕਾਸਿਮ ਦੇ ਵਿਰੁੱਧ ਲੜਾਈ ਦਾ ਐਲਾਨ ਕਰ ਦਿੱਤਾ। ਸੋ ਅੰਗਰੇਜ਼ਾਂ ਨੇ ਮੀਰ ਕਾਸਿਮ ਨੂੰ 1763 ਈਸਵੀ ਵਿੱਚ ਕਟਵਾ, ਘੇਰਿਆ, ਸੂਤੀ ਅਤੇ ਉਹਦੇ ਨਾਲਾਂ ਦੇ ਸਥਾਨਾਂ 'ਤੇ ਹਰਾ ਦਿੱਤਾ। ਨਵਾਬ ਮੀਰ ਕਾਸਿਮ ਬੰਗਾਲ ਤੋਂ ਭੱਜ ਕੇ ਅਵਧ ਪਹੁੰਚ ਗਿਆ। ਸੋ ਅੱਗੇ ਬਕਸਰ ਦੀ ਲੜਾਈ ਹੋਈ ਸੀ। ਮੀਰ ਕਾਸਿਮ ਨੇ ਅਵਧ ਦੇ ਨਵਾਬ ਸਿਰਾਜੂਦੌਲਾ, ਸ਼ੁਜਾ-ਉਦ-ਦੌਲਾ ਅਤੇ ਅੰਗਰੇਜ਼ਾਂ ਵਿਰੁੱਧ ਸੈਨਿਕ ਸਹਾਇਤਾ ਮੰਗੀ। ਉਸ ਸਮੇਂ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਵੀ ਅਵਧ ਵਿੱਚ ਸੀ। ਮੀਰ ਕਾਸਿਮ, ਸ਼ੁਜਾ-ਉਦ-ਦੌਲਾ ਅਤੇ ਸ਼ਾਹ ਆਲਮ ਦੂਜੇ ਦੀਆਂ ਸੈਨਾਵਾਂ ਅੰਗਰੇਜ਼ਾਂ ਨਾਲ ਲੜਨ ਦੇ ਲਈ ਬਕਸਰ ਦੇ ਮੈਦਾਨ ਵਿੱਚ ਪਹੁੰਚੀਆਂ। ਦੂਜੇ ਪਾਸੇ ਮੇਜਰ ਮੁਨਰੋ ਆਪਣੀ ਸੈਨਾ ਨਾਲ ਬਕਸਰ ਵਿਖੇ ਪਹੁੰਚ ਗਿਆ। 23 ਅਕਤੂਬਰ 1764 ਈਸਵੀ ਨੂੰ ਦੋਹਾਂ ਸੈਨਾਵਾਂ ਵਿਚਕਾਰ ਘਮਸਾਨ ਦੀ ਲੜਾਈ ਹੋਈ। ਇਸ ਲੜਾਈ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ। ਸ਼ੁਜਾ-ਉਦ-ਦੌਲਾ ਅਤੇ ਸ਼ਾਹ ਆਲਮ ਦੂਜੇ ਨੇ ਅੰਗਰੇਜ਼ਾਂ ਨਾਲ ਸੰਧੀ ਕਰ ਲਈ ਅਤੇ ਮੀਰ ਕਾਸਿਮ ਲੜਾਈ ਦੇ ਮੈਦਾਨ ਵਿੱਚੋਂ ਭੱਜ ਗਿਆ। ਅੰਗਰੇਜ਼ਾਂ, ਸ਼ੁਜਾ-ਉਦ-ਦੌਲਾ ਅਤੇ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਵਿੱਚ 1765 ਈਸਵੀ ਵਿੱਚ ਇਲਾਹਾਬਾਦ ਦੀ ਸੰਧੀ ਹੋਈ। ਇਸ ਸੰਧੀ ਦੇ ਅਨੁਸਾਰ ਸ਼ੁਜਾ-ਉਦ-ਦੌਲਾ ਨੂੰ 50 ਲੱਖ ਰੁਪਏ ਦੇ ਬਦਲੇ ਅਵਧ ਦਾ ਇਲਾਕਾ ਵਾਪਸ ਮੋੜ ਦਿੱਤਾ ਗਿਆ। ਈਸਟ ਇੰਡੀਆ ਕੰਪਨੀ ਨੂੰ ਅਵਧ ਵਿੱਚ ਬਿਨਾਂ ਕਰ ਵਪਾਰ ਕਰਨ ਦੀ ਪ੍ਰਵਾਨਗੀ ਮਿਲ ਗਈ। ਨਵਾਬ ਨੇ ਅਵਧ ਵਿੱਚ ਅੰਗਰੇਜ਼ੀ ਸੈਨਾ ਰੱਖਣੀ ਅਤੇ ਉਸਦਾ ਖਰਚ ਦੇਣਾ ਵੀ ਸਵੀਕਾਰ ਕਰ ਲਿਆ। ਮੁਗਲ ਬਾਦਸ਼ਾਹ ਸ਼ਾਹ ਆਲਮ ਨੂੰ 26 ਲੱਖ ਰੁਪਏ ਸਾਲਾਨਾ ਪੈਨਸ਼ਨ ਦਿੱਤੀ ਗਈ। ਹੁਣ ਕੀ ਹੋਇਆ ਕਿ ਸ਼ਾਹ ਆਲਮ ਨੇ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ, ਉੱਥੋਂ ਕਰ ਇਕੱਠਾ ਕਰਨ ਦਾ ਅਧਿਕਾਰ ਅੰਗਰੇਜ਼ਾਂ ਨੂੰ ਦੇ ਦਿੱਤਾ। ਮੀਰ ਕਾਸਿਮ ਨੂੰ ਗੱਦੀ ਤੋਂ ਉਤਾਰ ਕੇ ਮੀਰ ਜਾਫਰ ਨੂੰ ਫਿਰ ਤੋਂ ਬੰਗਾਲ ਦਾ ਨਵਾਬ ਬਣਾ ਦਿੱਤਾ ਗਿਆ। ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ। ਪਲਾਸੀ ਅਤੇ ਬਕਸਰ ਦੀਆਂ ਜਿੱਤਾਂ ਦੇ ਪਿੱਛੋਂ ਈਸਟ ਇੰਡੀਆ ਕੰਪਨੀ ਬੰਗਾਲ ਦੀ ਵਾਸਤਵਿਕ ਸ਼ਕਤੀ ਈਸਟ ਇੰਡੀਆ ਕੰਪਨੀ ਬਣ ਗਈ। ਸੈਨਿਕ ਅਤੇ ਮਾਲੀਆ ਸ਼ਾਸਨ ਪ੍ਰਬੰਧ ਵੀ ਕੰਪਨੀ ਦੇ ਅਧਿਕਾਰ ਹੇਠ ਆ ਗਿਆ। ਕੰਪਨੀ ਦੁਆਰਾ ਨਵਾਬ ਨੂੰ ਸਿਵਲ ਸ਼ਾਸਨ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਉਹਨਾਂ ਨੇ ਮੁਹੰਮਦ ਰਜ਼ਾ ਖਾਂ ਅਤੇ ਮਿਤਾਏ ਰਾਏ ਨਾਮੀ 2 ਡਿਪਟੀ ਨਵਾਬ ਵੀ ਨਿਯੁਕਤ ਕਰ ਦਿੱਤੇ। ਇਸ ਨੂੰ ਕੀ ਕਿਹਾ ਜਾਂਦਾ ਸੀ? ਦੋਹਰੀ ਸ਼ਾਸਨ ਪ੍ਰਣਾਲੀ।
1772 ਈਸਵੀ ਵਿੱਚ ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਬਿਲਕੁਲ ਖਤਮ ਕਰ ਦਿੱਤੀ ਗਈ। ਬੰਗਾਲ ਉੱਤੇ ਈਸਟ ਇੰਡੀਆ ਕੰਪਨੀ ਦਾ ਸਿੱਧਾ ਸ਼ਾਸਨ ਪ੍ਰਬੰਧ ਲਾਗੂ ਹੋ ਗਿਆ। ਚਿੱਟੇ ਵਜੋਂ ਗਵਰਨਰ ਜਨਰਲ ਬਾਰਨ ਹੇਸਟਿੰਗਸ ਨੇ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦਾ ਵਿਸਥਾਰ ਕਰਨਾ ਸ਼ੁਰੂ ਕਰ ਦਿੱਤਾ। ਸੋ ਇਹ ਸੀ ਅੰਗਰੇਜ਼ਾਂ ਦੇ ਯੁੱਧ ਸਾਜ਼ਿਸ਼ਾਂ। ਇਸ ਤੋਂ ਅੱਗੇ ਪਾਠ ਆਪਾਂ ਅਗਲੀ ਵੀਡੀਓ ਵਿੱਚ ਕੰਟੀਨਿਊ ਕਰਾਂਗੇ। ਇੱਥੇ ਤੱਕ ਪਾਠ ਪੜ੍ਹੋ ਅਤੇ ਸੰਬੰਧਿਤ ਪ੍ਰਸ਼ਨ ਉੱਤਰ ਆਪਾਂ ਅੱਗੇ ਡਿਸਕਸ ਕਰਾਂਗੇ। ਥੈਂਕ ਯੂ। ਹੈਵ ਅ ਨਾਈਸ